ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਜਿੰਨੇ ਵੀ ਕੀਰਤਨੀ ਜਥੇ ਮਹਾਂਪੁਰਸ਼ ਗੁਣੀ ਗਿਆਨੀ ਪ੍ਰਚਾਰਕ ਸਾਰਿਆਂ ਨੇ ਸਮਾਂ ਲਾਇਆ। ਹਾਜ਼ਰੀਆਂ ਭਰੀਆਂ। ਮਹਾਂਸੰਪੜ ਪਾਠ ਦੇ ਪਾਠੀ ਸਾਰੇ ਪਿੱਛੇ ਖੜ ਜਾਓ, ਬਾਹਰ ਆਏ ਨੇ। ਸੰਗਤਾਂ ਪੂਰੇ ਦਰਸ਼ਨ ਕਰ ਲੈਣ, ਸਾਰੇ ਪੂਰਿਆਂ ਨੂੰ ਖਿਲਾ ਲਓ। ਜਿਹੜੇ ਕਮਰਿਆਂ 'ਚ ਵੜ ਗਏ ਉਹਨਾਂ ਨੂੰ ਲੈ ਆਓ ਵਾਪਸ ਤੇ ਤਿਆਰ ਹੋ ਕੇ ਆਉਣਾ। ਇਹ ਸੋਭਾ ਹੁੰਦੀ ਹੈ ਦਰਬਾਰ ਦੀ। ਹਰ ਮਹਾਂਪੁਰਸ਼, ਹਰ ਰਾਗੀ ਢਾਡੀ, ਹਰ ਗੁਰਮੁਖ ਪਿਆਰਾ ਸ਼ਿੰਗਾਰ ਹੀ ਇੱਥੋਂ ਦਾ। ਆਖੋ ਸੀ ਸ਼ਿੰਗਾਰ ਦੇ ਵਿੱਚ ਬੜਾ ਕੁਝ ਲਾਇਆ ਜਾਂਦਾ। ਸ਼ੁਕਰ ਹੈ ਕਿ ਜਿਨ੍ਹਾਂ ਨੂੰ ਕੀਰਤਨੀ ਜਥਿਆਂ ਨੂੰ, ਮਾਂ ਸੰਪੜ ਕਰਨ ਵਾਲੇ ਪਾਠੀਆਂ ਨੂੰ ਕੋਈ ਬਾਜੇ ਤੇ ਬੈਠਦਾ, ਕੋਈ ਟੱਲੀਆਂ ਤੇ। ਇਹ ਸਾਰੇ ਸ਼ਿੰਗਾਰ ਨੇ ਤੇ ਇਹ ਸਾਰੇ ਪ੍ਰਵਾਨ ਕੀਤੇ ਗਏ ਨੇ। ਆਖੋ ਸ਼ਿੰਗਾਰ ਉਹ ਜਿਹੜੇ ਸਹਿਬ ਨੂੰ ਚੰਗੇ ਲੱਗੇ। ਕੰਤੇ ਬਾਜ ਸ਼ਿੰਗਾਰ ਸਭ ਬਿਰਥਾ ਜਾਏਗੀ। ਬਾਬਾ ਮਾਹਰਨਾਮ ਸਿੰਘ ਜੀ ਮਹਾਰਾਜ ਨਿਰੰਕਾਰ ਨੇ। ਕੁਝ ਵੀ ਕਹਿ ਲੋ, ਪਾਰਖੀਆਂ ਥਾਂ ਲੈ ਉੱਪਰ ਖਾਈ। ਜਿਹੜੇ ਪਾਰਖੀ ਸੀ ਨਾ, ਇੱਕ ਥਾਂ ਦੇ ਬਾਬਾ ਮਾਹਰਨਾਮ ਸਿੰਘ ਦੇ ਇਤਿਹਾਸ ਵਿੱਚ ਬਹੁਤ ਉੱਚੇ ਉੱਚ ਕੋਟੀ ਦੇ ਉਸ ਸਮੇਂ ਦੇ ਮਹਾਂਪੁਰਸ਼, ਉਹਨਾਂ ਦੇ ਵਿਚਾਰ ਦਿੱਤੇ ਹੋਏ ਨੇ ਕਿ ਭੂਰੀ ਵਾਲੇ ਸੰਤ ਸੀ। ਉਹਨਾਂ ਨੇ ਉਸ ਸਮੇਂ ਕੀ ਆਖਿਆ। ਬਾਬਾ ਅਤਰ ਸਿੰਘ ਜੀ ਨੇ ਬਾਬੇ ਮਾਹਰਨਾਮ ਸਿੰਘ ਬਾਰੇ ਕੀ ਆਖਿਆ। ਬਾਬਾ ਨੰਦ ਸਿੰਘ ਜੀ ਨੇ ਕੀ ਆਖਿਆ ਵੀ ਉਹ ਕਿਹੜੀ ਜੋਤ ਹੈ। ਦਾਸ ਨੇ ਸਾਰੀਆਂ ਲਿਖਤਾਂ ਬਾਬਾ ਜੀ ਦੀਆਂ ਸਾਨੂੰ ਤਕਰੀਬਨ 1.5-2 ਸਾਲ ਲੱਗ ਗਏ ਸੀ। ਦਾਸ ਜੀ, ਦਾਸ ਦੇ ਨਾਲ ਬੰਬੇ ਵਾਲਾ ਰਿੰਕੂ ਸਿੰਘ ਤੇ ਭਾਈ ਚਰਨਜੀਤ ਸਿੰਘ ਪਿੰਡ ਤੋਂ ਅਸੀਂ 3 ਜਣਿਆਂ ਨੇ ਬਾਬਾ ਜੀ ਦੀਆਂ ਸਾਰੀਆਂ ਲਿਖਤਾਂ ਜਿਹੜੀਆਂ ਉਹਨਾਂ ਦੇ ਦਰਸ਼ਨ ਕੀਤੇ, ਪੜ੍ਹੀਆਂ ਵੀ। ਉਸ ਸਮੇਂ ਬਾਬਾ ਜੀ ਦੀਆਂ ਕੀਤੀਆਂ ਹੋਈਆਂ ਆਪਦੀ ਮੌਜੂਦਗੀ 'ਚ। ਇੱਕ ਲਿਖਤ ਵਿੱਚ ਲਿਖਿਆ ਹੈ, ਬਾਬਾ ਜੀ ਇੱਕਦਮ ਉੱਠ ਕੇ ਨਾ ਆਰਾਮ ਸੀ, ਕਹਿੰਦੇ ਵੀ ਸਾਡੇ ਪੈਰ ਕਿੰਨੇ ਦਬਾਏ ਆ। ਤੁਹਾਡੇ ਸਾਰੇ ਬੈਠੇ ਸੀ, ਸਾਡੇ ਪੈਰ ਕਿੰਨੇ ਦਬਾਏ। ਸਾਰੇ ਕਹਿੰਦੇ ਬਾਬਾ ਜੀ ਅਸੀਂ ਤਾਂ ਦੂਰ ਬੈਠੇ। ਬਾਬਾ ਜੀ ਕਹਿੰਦੇ ਉਹ ਬਹੁਤ ਭਾਰੀ ਪੁਰਸ਼ ਸੀ ਜਿਹੜਾ ਜਿਹਨੇ ਸਾਡੇ ਪੈਰ ਦਬਾਏ। ਜਦੋਂ ਨੇ ਦਬਾਏ ਸਾਨੂੰ ਪਤਾ ਲੱਗ ਗਿਆ ਭਾਰੀ ਪੁਰਸ਼ ਕੌਣ ਹੋ ਸਕਦਾ ਹੈ। ਬਾਬਾ ਜੀ ਦੀ ਰਜਾਈ ਉੱਪਰ ਲੈਣ ਵਾਲੀ ਬਾਬਾ ਜੀ ਨੇ ਬਹੁਤ ਸਮਾਂ ਉਹੀ ਰੱਖੀ, ਹੁਣ ਵੀ ਪਈ ਹੋਈ ਹੈ ਟਰੰਕ 'ਚ। ਤੇ ਜਿਹੜੀ ਕੋਈ ਲੀਰ ਕੱਟ ਕੇ ਉਹਦੇ ਉੱਤੇ ਲਾਈ ਜਾਂਦੀ ਸੀ ਸੂਈ ਦੇ ਨਾਲ।
ਇਹੋ ਜਿਹੀ ਰਜਾਈ ਸੀ, ਲੀਰਾਂ ਦੀ ਕੱਟ ਕੱਟ ਕੇ ਬਣੀ ਹੋਈ ਸੀ, ਕੋਈ ਵਿੱਚ ਰੂ ਨਹੀਂ, ਕੋਈ ਨਹੀਂ। ਜਿਹੜੀਆਂ ਲੀਰਾਂ ਹੁੰਦੀਆਂ ਸੀ ਕੋਈ ਚੋਲਿਆਂ ਦੀਆਂ, ਬਸਤਰਾਂ ਦੀਆਂ, ਕਿਸੇ ਤਰ੍ਹਾਂ ਉਹ ਲਾਈਆਂ ਜਾਂਦੀਆਂ ਸੀ। ਬਾਬਾ ਜੀ ਦਾ ਹੁਕਮ ਸੀ ਵੀ ਇਹ ਸਾਡੇ ਕਮਰੇ ਤੋਂ ਬਾਹਰ ਨਹੀਂ ਰਜਾਈ ਜਾਣੀ ਚਾਹੀਦੀ। ਬੀਬੀਆਂ ਨੇ ਆਗਿਆ ਤਾਂ ਲੈ ਲਈ ਉਹਨੂੰ ਨਗੰਦੇ ਲਾਉਣ ਦੀ, ਉੱਤੇ ਲੀਰਾਂ ਲਾਉਣ ਦੀ। ਹਨੇਰਾ ਕਰਕੇ ਨਾ ਸੂਈ ਚੱਲਦੀ ਨਹੀਂ ਸੀ ਤੇ ਥੋੜੀ ਜਿਹੀ ਨੁੱਕਰ ਬਾਹਰ ਖਿੱਚ ਕੇ ਚਾਨਣ ਵਿੱਚ ਲਾਉਣ ਲੱਗੀਆਂ। ਇੱਕਦਮ ਬੱਦਲ ਚੜਿਆ, ਹਨੇਰੀ ਆਈ, ਬਸ ਪੜਾਂ ਵਿੱਚ ਹੀ ਬੂੰਦਾਂ ਪੈ ਗਈਆਂ। ਬਾਬਾ ਜੀ ਭੱਜ ਕੇ ਆਏ। ਬਾਬਾ ਜੀ ਨੂੰ ਪਤਾ ਲੱਗ ਗਿਆ ਵੀ ਆ ਜਿਹੜਾ ਇੰਦਰ ਚੜ ਕੇ ਆਇਆ ਨਾ, ਮਾਈਆਂ ਨੇ ਕਿਤੇ ਸਾਡੀ ਰਜਾਈ ਦੀ ਨੁੱਕਰ ਬਾਹਰ ਕੱਢਤੀ। ਆਖੋ ਇਹ ਤਾਂ ਬੜੇ ਬਰਸਾਂ ਤੋਂ ਮਗਰ ਲੱਗਿਆ ਹੋਇਆ ਸੀ ਇਹਦੇ। ਆਖੋ ਸੀ ਕਿ ਇਹਨੂੰ ਮੈਂ ਪਰਸ ਲਵਾਂ। ਮਹਾਂਪੁਰਸ਼ੋਂ ਨੂੰ ਕੁਕਰਮੀ ਆਖਦੇ ਨੇ ਇੰਦਰ ਨੂੰ। ਉਹਦੀ ਡਿਊਟੀ ਤੇ ਉਹਦੇ ਰਾਜ ਦੇ ਉਹਦੇ ਵਿੱਚ ਸਾਰੀ ਕਿਰਿਆ ਵਿੱਚ ਇਹ ਸਭ ਕੁਝ ਹੈਗਾ। ਬਾਬਾ ਜੀ ਕਹਿੰਦੇ ਬੀਬੀਓ ਇਹ ਕੀ ਕੀਤਾ ਤੁਸੀਂ? ਇਹ ਤਾਂ ਬਹੁਤ ਸਾਲਾਂ ਤੋਂ ਇੰਦਰ ਦੇਵਤਾ ਇਹਨੂੰ ਦੇਖ ਰਿਹਾ ਸੀ ਕਿ ਬਾਹਰ ਕੱਢੋ ਤੇ ਮੈਂ ਇਸ ਨੂੰ ਪਰਸਣਾ ਹੈ। ਉਸੇ ਸਮੇਂ ਬਾਬਾ ਜੀ ਨੇ ਤਾੜਨਾ ਕੀਤੀ ਕਿ ਜਿੱਥੇ ਇੰਦਰ ਵਰਗੇ ਵੀ ਤਰਸਦੇ ਆ, ਬਾਬਾ ਜੀ ਕਿਹੜੀ ਸ਼ਕਤੀ। ਇਹ ਸਭ ਮੈਂ ਕਹਿ ਰਿਹਾ ਸੀ ਵੀ ਸ਼ਿੰਗਾਰ ਹੀ। ਗੁਰੂ ਨਾਨਕ ਦੇ ਘਰ ਸਭ ਦਾ ਵਿਸ਼ਾ ਸੀ। ਜਿੰਨੇ ਜਥੇ ਆਏ ਕਈ ਤਾਂ ਵਿਸ਼ਾ ਲੈ ਕੇ ਆਏ ਸੀ ਕਿ ਮੈਂ ਆਹ ਵਿਸ਼ਾ ਬਾਬਾ ਜੀ ਦੇ ਚਰਨਾਂ ਵਿੱਚ ਪੜ੍ਹਨਾ। ਕਈਆਂ ਦਾ ਮਨ ਇੱਥੇ ਬਣਦਾ ਹੈ ਕਿ ਇਹ ਵਿਸ਼ੇ ਦੇ ਇਹ ਸ਼ਬਦ। ਦਾਸ ਨੇ ਆਪਣੇ ਆਪ ਤੇ ਨਿਗਾਹ ਮਾਰੀ ਕਿ ਸਾਰੇ ਆਪੋ ਆਪਣਾ ਵਿਸ਼ਾ ਲੈ ਕੇ ਆਏ। ਅੱਜ ਮਹਾਂ ਸੰਪੜ ਦੇ ਭੋਗ ਨੇ। ਬਾਬਾ ਖੇਮ ਸਿੰਘ ਜੀ ਆਹ ਹੀ ਰਹਿਣ ਸਬਾਈ ਕਰਾਇਆ ਕਰਦੇ ਸੀ ਵੱਡੇ ਪੱਧਰ ਤੇ। ਅੱਜ ਦੀ ਜਿਹੜੀ ਇਹ ਦੋ ਰਹਿਣ ਸਬਾਈਆਂ ਅੱਗੇ ਵਧੀਆਂ ਨੇ, ਉਹ ਜਦੋਂ ਬਾਬਾ ਜੀ ਦੀ ਲਿਖਤ ਆ ਗਈ 8 ਤਰੀਕ ਦੀ ਕਿ ਜੋਤੀ ਜੋਤ ਰਾਤੀ 10 ਵਜੇ ਸਮਾਇਆ, ਤੇ ਸਾਨੂੰ 7 ਦੀ ਰਾਤ ਵੀ ਲੈਣੀ ਪਈ ਤੇ 8 ਦੀ ਰਾਤ ਵੀ ਲੈਣੀ ਪਈ। ਬਾਬਾ ਜੀ ਪੋਹ ਵਧੀ 6 ਦੀ ਰਾਤ ਲੈ ਕੇ 7 ਨੂੰ ਸਵੇਰੇ ਸਮਾਪਤ। ਅੱਜ ਬਾਬਾ ਖੇਮ ਸਿੰਘ ਜੀ ਮਹਾਂਪੁਰਸ਼ਾਂ ਵੱਲੋਂ ਕੁਰਬਾਨੀ ਹੋਈ ਰਹਿਣ ਸਬਾਈ ਅੱਜ ਦੇ ਦਿਨ ਦੀ ਸਭ ਤੋਂ ਵੱਡੀ ਹੁੰਦੀ ਸੀ ਕਈ ਸਾਲਾਂ ਤੋਂ। ਦਾਸ ਨੇ ਕਿਹਾ, ਦਾਸ ਆਪਣੇ ਆਪ ਨੂੰ ਪੁੱਛਦਾ ਤੇਰਾ ਵਿਸ਼ਾ ਕੀ ਹੈ? ਸਾਰਿਆਂ ਦਾ ਵਿਸ਼ਾ ਹੈ। ਭਾਈ ਅਮਨਦੀਪ ਸਿੰਘ ਜੀ ਨੇ ਮੰਗੋ ਰਾਮ ਤੇ ਇੱਕ ਦਾਨ ਇਹਦਾ ਵਿਸ਼ਾ ਰੱਖਿਆ ਕਿ ਇਹ ਲੈਣ ਵਾਸਤੇ ਆਏ ਮਹਾਂਪੁਰਖਾਂ ਦੇ ਸਥਾਨ। ਪਰ ਦਾਸ ਦਾ ਵਿਸ਼ਾ ਇਹ ਕਿ ਜਿੰਨੇ ਵੀ ਕੀਰਤਨੀ ਜਥੇ, ਜਿੰਨੀ ਵੀ ਸੰਗਤ, ਜਿੰਨੇ ਵੀ ਮਹਾਂਪੁਰਸ਼, ਉਹਨਾਂ ਦੇ ਮੈਂ ਚਰਨ ਧੋ ਕੇ ਪੀ ਜਾਵਾਂ। ਆਖੋ ਸੀ ਜਿੰਨੇ ਵੀ ਪਾਠੀ ਸਿੰਘ, ਜਿੰਨੇ ਵੀ ਸੇਵਾ ਕਰਨ ਵਾਲੇ, ਇਸ ਬਾਬਾ ਜੀ ਦੀ ਦਰਗਾਹ ਦੇ, ਬਾਬਾ ਜੀ ਦੇ ਦਰਗਾਹ ਦੇ ਸ਼ੋਰੇ ਇੱਥੋਂ ਤੱਕ ਕਿ ਜਿਨ੍ਹਾਂ ਦੀਆਂ ਪ੍ਰੀਤਾਂ ਸੀ ਉਹ ਕੁੱਤੇ ਦੇ ਵੀ ਪੈਰ ਪੂਜਣ ਲੱਗੇ, ਪੈਰ ਸਾਫ਼ ਕਰਨ ਲੱਗੇ, ਪੈਰਾਂ ਦੀ ਧੂੜੀ ਮੱਥੇ ਨੂੰ ਲਾਉਣ ਲੱਗਾ। ਲੇਲੀ ਦੀ ਦਰਗਾਹ ਦਾ ਕੁੱਤਾ ਤਿਸ ਨੂੰ ਮਜਨੂ ਦੇਖ ਲਵਾਣਾ। ਉਹਦੀ ਗਲੀ ਚੋਂ ਆਏ ਹੋਏ
ਉਹਦੇ ਪਿੰਡ 'ਚੋਂ ਆਏ ਹੋਏ ਕੁੱਤੇ ਦੇ ਵੇਖ ਕੇ ਇੰਨਾ ਪ੍ਰੇਮ ਆਇਆ, ਇੰਨਾ ਲਵ ਆਇਆ ਉਹਨੂੰ। ਉਹਦੇ ਚਰਨ ਸਾਫ਼ ਕਰਨ ਲੱਗਾ, ਉਹਨੂੰ ਪਿਆਰ ਕਰਨ ਲੱਗਾ, ਉਹਦੇ ਚਰਨਾਂ ਨੂੰ ਚੁੰਮਣ ਲੱਗਾ ਵੀ ਇਹਦੇ ਮੈਂ ਚਰਨ ਚੁੰਮਾਂ, ਮੇਰੀ ਲੇਲੀ ਦੀ ਦਰਗਾਹ ਤੋਂ ਆਇਆ। ਤੇ ਭਾਈ ਗੁਰਦਾਸ ਜੀ ਨੇ ਉਹਨੂੰ ਫਿਰ ਬਹੁਤ ਸੋਹਣਾ ਸ਼ਿੰਗਾਰਿਆ। ਇਸ ਨੂੰ ਜਿਹੜੀ ਵੀ ਚੀਜ਼ ਭਾਈ ਗੁਰਦਾਸ ਜੀ ਜਿੱਥੋਂ ਲੈਂਦੇ ਸੀ ਨਾ, ਉਹਨੂੰ ਸ਼ਿੰਗਾਰ ਕੇ ਇਹੋ ਜਿਹੇ ਟਿਕਾਣੇ ਤੇ ਲਿਆਉਂਦੇ ਸੀ। ਇਹ ਫਿਰ ਇਹ ਜਿਹੜੀ ਲੇਲੀ ਦੀ ਦਰਗਾਹ ਦੇ ਕੁੱਤੇ ਦੀ ਗੱਲ ਨਾ ਆ ਕੱਢਿਓ। ਭਾਈ ਸਾਹਿਬ ਜੀ ਫਿਰ ਕਾਹਦੇ ਤੇ ਲਿਆਏ? ਕਹਿੰਦੇ ਦੁਨੀਆ ਡੂਮ ਨੂੰ, ਮਰਾਸ਼ੀ ਨੂੰ ਕੁੱਤਾ ਆਖਦੀ। ਆਖੋ ਸ੍ਰੀ ਦੁਨੀਆ ਡੂਮ ਨੂੰ, ਮਰਾਸ਼ੀ ਨੂੰ ਕੁੱਤਾ ਆਖਦੀ। ਤੇ ਜਿਹੜਾ ਡੂਮ ਮਰਾਸ਼ੀ ਗੁਰੂ ਨਾਨਕ ਸਾਹਿਬ ਦੇ ਨਾਲ ਸੀ ਨਾ, ਉਹ ਮਰਾਸ਼ੀਆਂ ਦੇ ਵਿੱਚ ਵੀ ਗਰੀਬ ਸੀ। ਮਰਾਸ਼ੀ ਜਿਹੜੇ ਸੀ ਨੇ ਉਹਨਾਂ ਵਿੱਚ ਵੀ ਅਲੱਗ-ਅਲੱਗ ਕੁਆਲਿਟੀ ਸੀ। ਜਿਹੜੀ ਸਭ ਤੋਂ ਨੀਵੀਂ ਮਰਾਸ਼ੀਆਂ 'ਚ ਆਦਮੀ ਸੀ, ਜਾਤ ਸੀ, ਉਹ ਸੀ ਮਰਦਾਨਾ। ਆਖੋ ਸੀ ਕੁੱਤਾ ਡੂਮ ਵਿਖਾਣੀਏ, ਕੁੱਤਾ ਵਿੱਚ ਕੁੱਤਿਆਂ ਨਵਾਣਾ। ਕਹਿੰਦੇ ਕੁੱਤਾ ਡੂਮ ਆਖਦੇ ਆ ਲੋਕੀ, ਤੇ ਉਹ ਜਿਹੜਾ ਡੂਮ ਸੀ ਨਾ, ਉਹ ਡੂਮਾਂ ਦੇ ਵਿੱਚ ਵੀ ਨਮਾਣਾ ਸੀ, ਕੁੱਤਿਆਂ ਦੇ ਵਿੱਚ ਉਹ ਕੁੱਤਾ ਨਮਾਣਾ। ਤੇ ਫਿਰ ਕਹਿੰਦੇ ਗੁਰਸਿੱਖ ਆਸ਼ਿਕ ਸ਼ਬਦ ਦੇ, ਕੁੱਤੇ ਦਾ ਪੜ ਕੁੱਤਾ ਪਾਣਾ। ਕਹਿੰਦੇ ਗੁਰਸਿੱਖ ਸ਼ਬਦ ਦੇ ਆਸ਼ਿਕ ਮਰਦਾਨੇ ਦੇ ਚਰਨਾਂ ਦੇ ਕੁੱਤੇ ਬਣ ਗਏ। ਆਖੋ ਸੀ ਜਿਹੜਾ ਕੁੱਤਿਆਂ ਵਿੱਚ ਕੁੱਤਾ ਨਮਾਣਾ ਸੀ, ਇਹ ਉਹਦੇ ਵੀ ਕੁੱਤੇ। ਆਖੋ ਸੀ ਕੱਟਣ ਚੱਟਣ ਕੁੱਤਿਆਂ, ਮੋਹਣਾ ਧੋਣਾ, ਤ੍ਰਿਗਸਤ ਕਮਾਣਾ, ਅਵਗਣ ਹਾਰੇ ਗੁਣ ਕਰਨ, ਗੁਰਮੁਖ ਸਾਧ ਸੰਗਤ ਕਰਵਾਣਾ, ਪਤ ਉਦਾਹਰਨ ਬਿਰਦ ਵਖਾਣਾ। ਜਿਹੜਾ ਕੁੱਤਿਆਂ ਦੀ ਵੀ ਤੇਰੇ ਚਾਕਰਾਂ ਪੈ ਖਾਕ, ਕੂਕਰ ਤੇਰੇ ਦਾਮੇ ਚਾਕਰ, ਗੁਰੂ ਗੋਬਿੰਦ ਸਿੰਘ ਜੀ। ਜਿਹੜਾ ਕੁੱਤਾ ਰੋਜ਼ ਤੁਹਾਡਾ ਟੁਕੜਾ ਲੈਂਦਾ ਹੈ ਨਾ, ਤੁਸੀਂ ਉਹਨੂੰ ਪਾਉਂਦੇ ਜੇ ਆਪਣਾ ਟੁਕੜਾ, ਉਹ ਤੁਹਾਡੇ ਵੱਲ ਦੇਖੀ ਜਾਂਦਾ ਰਹਿੰਦਾ ਹੈ, ਅੱਖ ਲਾ ਕੇ, ਤਾਰ ਲਾ ਕੇ। ਪ੍ਰਸ਼ਾਦਾ ਛਕਦਿਆਂ ਵੱਲ ਕਿ ਕਦੋਂ ਮੇਰੇ ਵੱਲ ਕਲਗੀਆਂ ਵਾਲੇ ਟੁਕੜਾ ਸਿੱਟਦੇ ਆ। ਉਹਦੀ ਟੁਕੜੇ ਦੀ ਅੱਖ ਹੁੰਦੀ ਹੈ। ਉਹ ਜਿਹੜਾ ਕੁੱਤਾ ਤੁਹਾਡਾ ਰੋਜ਼ ਟੁਕੜਾ ਚੱਕ ਕੇ ਭੋਰੇ ਖਾਂਦਾ ਹੈ ਨਾ ਜੀ, ਮੈਂ ਨੰਦ ਲਾਲ ਉਹਦਾ ਸੇਵਾਦਾਰ ਹਾਂ। ਆਖੋ ਸੀ ਕੂਕਰ ਤੇਰੇ ਦਾ ਮੈਂ ਚਾਕਰ, ਕੁੱਤਿਆਂ ਤੇਰਿਆਂ ਦਾ ਮੈਂ ਚਾਕਰ, ਨੰਦ ਲਾਲ ਖਵਾਵਾਂ। ਦਲ ਤੇਰੇ ਦੇ ਟੁਕੜੇ ਡਿੱਗੇ, ਚੁਣ ਚੁਣ ਕੇ ਮੈਂ ਖਾਵਾਂ। ਮਹਾਂਪੁਰਸ਼ ਬਾਬਾ ਨੰਦ ਸਿੰਘ ਜੀ ਮਹਾਰਾਜ ਕਿਤੇ ਵੀ ਬੈਠੇ ਨੇ, ਸੰਗਤਾਂ ਕਿੰਨਾ ਵੀ ਸਤਿਕਾਰ ਦੇ ਰਹੀਆਂ ਤੇ ਗੁਰਮੁਖ ਹਿਰਦੇ ਗਰੀਬੀ ਆ। ਸਾਨੂੰ ਸਮੱਤ ਦੇ ਕੇ ਇੱਕ ਨਾਨਕ ਸਰ ਦੇ ਵਿੱਚ ਟੋਇਆ ਪੱਟਿਆ ਹੋਇਆ, ਜਿਸ ਟੋਏ 'ਚ ਨਾਨਕ ਸਰ ਦੀ ਸੰਪਰਦਾ ਦਾ ਬਾਣੀ ਮਹਾਂਪੁਰਸ਼ ਬੈਠਦਾ ਰਿਹਾ। ਆਉਣ ਵਾਲੀਆਂ ਸਦੀਆਂ ਦੇ ਵਿੱਚ ਇਹ ਟੋਇਆ ਹਰ ਇੱਕ ਨੂੰ ਪ੍ਰੇਰਨਾ ਦਿੰਦਾ ਰਹੇਗਾ ਕਿ ਤੇਰੀ ਥਾਂ ਇੱਥੇ ਆ। ਆਖੋ ਇਸ ਸੰਪਰਦਾ ਦੇ ਬਾਣੀ ਨੇ ਆਪਣੀ ਥਾਂ ਰੱਖੀ। ਸਾਧ ਗੁਰੂ ਸਾਹਿਬ ਤੋਂ ਨੀਵੇਂ ਕੀਰਤਨੀਏ, ਕੀਰਤਨੀਆਂ ਤੋਂ ਨੀਵੀਂ ਸੰਗਤ, ਸੰਗਤ ਤੋਂ ਨੀਵੇਂ ਬਾਬਾ ਨੰਦ ਸਿੰਘ ਜੀ, ਜਿਹੜੇ ਸੰਪਰਦਾ ਦੇ ਬਾਣੀ ਨੇ।
ਉਹ ਉਪਦੇਸ਼ ਦਿੰਦੇ ਰਹਿਣਗੇ ਕਿ ਐ ਨਾਨਕਸਰ ਵਾਲਿਆ, तेरी जगह जिथे मैं बैठा ना, हुण तू वेख ला कि तू किथे बहना। आखो बाबा नानक सिंह दे बराबर बैठना है कि उस तो भी नीवी थां पानी, किते भी रड़कना संगत दे विच। ये बहुत माणक ने जिन्ने भी आए ने, नहीं सानू सोझी, सानू नहीं पछाण, असी कुछ भी हरकत कर सकते हैं, पर साडा विशा, साडी थां सारियां दे मेरा मूड साध पगां हेठ रुलसी दे, मेरी खलों मोजड़े गुरसिख हटावे, मस्तक लगे साध रेन, वड भाग जिन्हां देन। कहंदे मेरे खल दियां भी जुत्तियां गुरु नानक दी साध संगत पाए। ये मैं कमाई वाले वचन नहीं कर रहा, ये पढ़े लिखे हुए हैं। जे किते कमाई दे विच उतर आउण फिर तां गल ही कोई नहीं। ये जिहड़े ज्ञान ने साडे पढ़े सुने हुए मैं बोल रहा, जे किते ये जीवन विच आ जाण फिर तां घाटा ही काहदा है। ये जीवन दे विच आ जाण, गुरसिखां दी धूड़ है पवित्र, ते मैं हाँ पापी, जेड़ा इस धूड़ी दे लैण वास्ते आया, ते मैं मेरे पापी दी भी गत हो जावे। सारे गुरसिखां दी, महापुरुषां दी, रागी ढाडी पाठी जिन्ने भी बाबा जी की बरसी ते आए, ये तां जो आए आपां नूं दिस रहे ने ना, जेड़े आए वो कई आपां नूं दिसे भी नहीं। आखो श्री वाहिगुरू। बाबा जी बैठे ने टिले ते, एक दिन, 2 दिन, 3 दिन हर हर, कई बारी मूहों हरी हर 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 बोलते आ सीधा ही, कई बारी हथ जोड़ते ने हर हर कहन लगे, कई बारी सिर झुकाउंदे, कई बारी खड़े हो जाते हथ जोड़ के। ये अजीब जिहा कौतक देख रहे ने निजी सेवादार कि बाबा जी हर हर कहते ने, कई बारी एवं नॉर्मली खड़े हर हर, कई बारी हथ जोड़ते आ, कई बारी सिर नवाउंदे आ, कई बारी खड़े हो जाते आ। इहदा कारण की है? हर आदमी का पता नहीं ना होंदा, कोई अवस्था विच भगती कर रहा, कोई हथ जोड़ रहा, कोई मत्थे टेक रहा, कोई अखां दी नीवी पा रहा। ये सब नूं मुबारक किया है कि जे तू साध संगत नूं किसी बोल नाल सत्कार दे देगा, वो भी वड्डा है। जे तू अखां भी नीवियां कर देगा ना, कर लेगा, वो भी चंगी है। जे तू आ उंगलां भी जोड़ लेगा, करंजली पुण्य वड्डा है। जे उंगलां भी जोड़ लेगा हथ, ते ये भी वड्डा पुण्य। डंडौत मत्था टेकेगा, बाबा जी ने ऐसा ही कुछ किया, किते हथ जोड़े, किते न्यों के, किते खड़ के, किते मत्था टेक के, भी ये की कर रहे।
ਜਿਨ੍ਹਾਂ ਦੀ ਕੋਈ ਬਾਬਾ ਜੀ ਨਾਲ ਬਚਨ ਕਰਨ ਦੀ ਹੁੰਦੀ ਸੀ ਥੋੜ੍ਹੀ ਜਿਹੀ, ਉਹਨਾਂ ਕਿਹਾ ਬਾਬਾ ਜੀ ਇਹ ਸਮਝ ਨਹੀਂ ਆ ਰਹੀ ਕਿ ਦਿਨ ਤਾਂ 2-3 ਦਿਨ 2 ਦਿਨ ਹੋ ਗਏ ਆ, ਆਪ ਜੀ ਨੂੰ ਇਸ ਤਰ੍ਹਾਂ ਕਰ ਦਿਆ। ਇਹਦਾ ਕਾਰਨ ਕੀ ਹੈ? ਕਹਿੰਦੇ ਅੱਜ ਦੇ ਆ ਜਿਹੜੇ 2-3 ਦਿਨ ਨੇ ਨਾ, ਇਹ ਨਿਰੰਕਾਰ ਵੱਲੋਂ ਸਾਡੀ ਹਾਜ਼ਰੀ ਪੈ ਰਹੀ ਹੈ ਤੇ ਇਸ ਬ੍ਰਹਿਮੰਡ ਦੇ ਵਿੱਚ ਧਰਤੀਆਂ ਬਹੁਤ ਨੇ, ਪਤਾਲਾਂ ਪਤਾਲ, ਲੱਖੋਂ ਗਾਸਾਂ ਗਾਸ। ਹਰ ਧਰਤੀ ਤੇ ਕੋਈ ਨਾ ਕੋਈ ਮਹਾਂਪੁਰਸ਼ ਅਵਤਾਰ ਹੋਇਆ। ਜਿਵੇਂ ਇੱਥੇ ਰਾਮ ਕ੍ਰਿਸ਼ਨ ਗੁਰੂ ਨਾਨਕ ਕੋਈ ਕਹਿੰਦੇ ਰਾਮ ਕ੍ਰਿਸ਼ਨ ਕਹਿੰਦੇ ਨੇ, ਪਤਾ ਨਹੀਂ ਕਿੰਨੇ ਕੁ ਰਾਮ, ਕਿੰਨੇ ਕ੍ਰਿਸ਼ਨ, ਕਿੰਨੇ ਬ੍ਰਹਮੇ, ਕਿਤੇ ਕਿਤੇ ਦੱਸਿਆ ਅਣਗਿਣਤ। ਧਰਤੀਆਂ ਵੀ ਬਹੁਤ ਨੇ, ਧਰਤੀਆਂ ਬ੍ਰਹਿਮੰਡ ਦੇ ਵਿੱਚ। ਉਹਨਾਂ ਧਰਤੀਆਂ ਦੇ ਉੱਤੇ ਜਿਹੜੇ ਅਵਤਾਰ ਮਹਾਂਪੁਰਸ਼ ਨੇ ਨਾ, ਸ਼੍ਰੋਮਣੀ, ਉਹ ਜਿਵੇਂ ਜਿਵੇਂ ਨਿਰੰਕਾਰ, ਇਹਨਾਂ ਦਾ ਮਾਲਕ ਇੱਕ ਹੀ ਹੈ। ਆਖੋ ਸੀ कोट ब्रह्मंड को ठाकर स्वामी, सर्व जिया का दाता रे, प्रतिपाले नित सार संभाले, एक गुण नहीं मूर्ख जाता है। जेड़ा करोड़ा ब्रह्मंडां दा मालक, सारिया जिया दा दाता, तेरी करदा ए संभाल, पर मूर्खा तू नहीं जानदा। खोसी ये गुण नहीं, मूर्ख जाता। बाबा जी दे कल दा विशा सी साडा कि बाबा जी अपनियां मेहरां ते बख्शिशां ते किरपा वरताओ जी। बाबा खेम सिंह जी महापुरखा ने इत्थे सारे मर्यादा दे मुढ़ बन्ने आ। बाबा माहर नाम सिंह ते बाबा नंद सिंह जी दे हुक्म नाल मैं क्या सी बाबा खेम सिंह जी सुखमनी दा पाठ कराउंदे सी। असीं सुखमनी विच उस तो दूनिया चौड़ियां संगतां पा सकदे हां। बाबा खेम सिंह जी महाराज ने ਜਿਹੜੇ ਸਥਾਨ ਬਣਾਏ, ਅਸੀਂ ਉਸ ਤੋਂ ਦੂਣੇ ਚੌਣੇ ਹੀਰੇ ਮੋਤੀ ਲਾ ਕੇ ਬਣਾ ਸਕਦੇ ਹਾਂ। ਜਿਨੇ ਉਹਨਾਂ ਸੇਵਾਦਾਰ ਰੱਖੇ ਉਸ ਤੋਂ ਵੱਧ ਸੇਵਾਦਾਰ ਲਿਆ ਸਕਦੇ ਹਾਂ। ਬਹੁਤ ਕੁਝ ਕਰ ਸਕਦੇ ਹਾਂ। ਇੱਥੇ ਲੰਗਰ ਉਹਨਾਂ ਇੱਕ ਲਾਇਆ ਸੀ, ਕਿੰਨੇ ਲਾ ਸਕਦੇ ਲੰਗਰ। ਜਪ ਤਪ ਉਹਨਾਂ ਕਿੰਨਾ ਕਰਾਇਆ ਸੀ, ਉਸ ਤੋਂ 10 ਗੁਣਾ ਵੱਧ ਕਰਾ ਸਕਦੇ ਆ, ਹੋਰ ਦਸੂਣੀ ਹੋਏ। ਪਰ ਬਾਬਾ ਜੀ ਤੁਹਾਡੀ ਮਿਹਰ ਤੋਂ ਬਗੈਰ ਇਹ ਸਭ ਕੁਝ ਖਾਲੀ ਏ। ਆਖੋ ਸੀ ਜੇ ਜੁਗ ਚਾਰੇ ਆਰਜਾ, ਹੋਰ ਦਸੂਣੀ ਹੋਏ। ਨਵਾਂ ਖੰਡਾ ਵਿਚਾਣੀਏ, ਨਾਲ ਚਲੇ ਸਭ ਕੋਏ। चंगा नाम रखाए के जस कीर्त जग ले, जे तिस नदर ना आवई, ता बात ना पूछे के। भावें सी बाबा खेम सिंह तो वध सुखमनी संगतां जोड़ दी, उन्हां तो वध बिल्डिंगां सुनने, हीरे मोती ला लिए, लंगर ला दिए, जब तब पाठ करा लिए। पर जे तिस नदर ना आवई, ता बात ना पूछे के। कुछ चीज नहीं जिंदे तू गर्व करता है ना कि मैं आ कुछ कर लिया, ये कोई चीज नहीं होती नजर तो बगैर। इस करके कल का विशा सी बाबा जी तुहाडी नजर वड्डी, तुहाडी बख्शिश वड्डी है। रीसां नाल असीं बड़ा कुछ कर सकते हैं। वो कौन ने? धन बाबा खेम सिंह जी, धन मेरे प्यारे बाबा कुंदन सिंह जी। कौन ने?
ਅਸੀਂ ਕੌਣ ਆ? ਅਸੀਂ ਆ ਜੀ ਗੱਲੀ, ਅਸੀਂ ਚੰਗੀਆਂ, ਅਚਾਰੀ ਬੁਰੀਆਂ, ਮੜੋ ਕਸੁੱਦੇ ਕਾਲੀਆਂ, ਬਾਹਰੋਂ ਚਿਟਵੀਆਂ, ਰੀਸਾ करे ते नाड़ियां होए होए। बाबा जी खड़े सेवा, बाबा खेम सिंह जी दर खड़े सेवा करते करते प्राण दे गए बाबा कुंदन सिंह जी। रीसा करे ते नाड़ियां जो सेवे दर खड़ियां, नाल खसमे रतियां माने से जड़ियां। ओ तेरा तां भला इन्ना इन्हां दे संग मिल जा, इन्हां दी संगत च बह जा। नानक जन्म सकार था जे तिनके संग मिला। जे किते तेनू ऐसे महापुरुषां दी संगत दे विच धूड़ी च बहना नसीब हो जे ते तेरे बहुत वड्डे भाग। उन्हां दियां कमाईयां बाबा जी दियां दा अंत नहीं कोई। आखो सी अंत नहीं। अज दा विषा असी हाँ जी पापी, बहुत बहुत गुनाहगार, जन्मा जन्मा दी महल लगी हुई है। ते आ जेड़े बाबा जी तुहाडे दरबार च महापुरख गुणी ज्ञानी प्रचारक आउंदे आ, संगतां आउंदियां हैं। इन्हां दी धूड़ी नाल मेरे पापी दा भला हो जाएगा। निगाह पैगी संत दी कंजरी ते, अत दे पाप करन वाली महापुरख दी निगाह पैगी कंजरी ते, कंजरी दी निगाह पैगी आपदे गुनाहां ते। रोन लगी, पिटन लगी, महापुरखो मैनू तारो, मैं पापण, मैं पापण। तुसी नाम जपण वाले रब दे बंदे हो। मैं पापा दी लिबड़ी हुई, पता ही नहीं पहाड़ पापा ने। पहाड़ छोटे मोटे दयाल हो गए, कहंदे तेरे वास्ते जन्म लेना पएगा सानू। आखो सी तेरे वास्ते दया आ गई, कहंदे तेरे वास्ते जन्म लेना पएगा। फिर अगले जन्म विच संत बने भाई भिखारी दे पुत्र, वो भी जन्मी। उनकी रिश्ते की चोण संतां दी उस पापण दे नाल होई। आखो सी रखे सिदक भिखारी दे वांग जेड़ा, उस सिख दी सिखी प्रवान होवे। थे विआह वेले सारे बस्तर बनाए, भाई भिखारी जी ने खप्पड़ तैयार किया पुत्र। कहते ब्रह्म अगली अवस्था ते रहिंदे आ उपरली ते, इस करके इन्होंने खप्पड़ बनाया। पर घर आउंदियां ही नो पुत्र मर गया। हैरान सारे विच गुरसिख भी सी। भाई साहब जी तुहानू पता सी ते आ लड़की दा रंडी जरूर करनी सी, इनू क्यों विआह के लिआंदा? तुसी खप्पड़ बनाया, तुहानू पता सी? कहंदे पता सी, पर भाणा सी। आखो सी भाणे अगे बोल नहीं सकदा। आखो सी भाणे अगे तां न्योक ही फायदा है। आखो सी भाणा हुंदा है जेड़ा सर्व कला समर्थ है। ये भाणा सी। फिर उन्होंने सारी विद्या सुनाई। लड़की बहुत पापा वाली, जिंदगी दे पहाड़ पापा दे लगे। महापुरुष दयाल, दया दे समुंदर इहदे ते दयाल हो गए। फिर उन्होंने कहा सी अगला जन्म तेरे वास्ते ही लवांगे। हुण ब्याह के मेरे घर छड्ड गए ने। इस घर विच गुरसिख सारे लंघदे टपदे आउंदे। बहुत संगतां दी घर गुरसिखां वास्ते ही वरतिया जांदा है। महापुरुष आउंदे आ रोड लांघे दे उत्ते घर सी, पहले लांघे ही हुंदे सी।
ਪਾਉਂਦੀ ਉਹਦੇ ਤੇ ਤੁਰਦੇ ਸੀ। ਇਹ ਇੱਥੇ ਘਰ ਵਿੱਚ ਰਹੇਗੀ ਜ਼ਿੰਦਗੀ, ਪਰ ਭਾਂਡੇ ਮਾਂਜੇਗੀ, ਕੱਪੜੇ ਧੋਏਗੀ, ਸਫਾਈਆਂ ਕਰੇਗੀ, ਲੰਗਰ ਬਣਾਏਗੀ, ਸਾਰੀ ਜ਼ਿੰਦਗੀ ਸਾਧੂਆਂ ਦੀ ਸੇਵਾ 'ਚ ਲਾਏਗੀ, ਕੱਪੜੇ ਧੋਵੇਗੀ, ਭਾਂਡੇ ਮਾਂਜੇਗੀ, ਲੰਗਰ ਬਣਾਏਗੀ, ਪੂਰੇ ਜਨਮ ਵਿੱਚ ਸਾਧੂਆਂ ਦੀ ਸੇਵਾ ਕਰ ਕਰਕੇ ਆਪਦੇ ਪਾਪ ਧੋ ਲਵੇਗੀ। ਲੱਗ ਜੇ ਗੁਰਾਂ ਦੇ ਲੇਖੇ ਪਾਪਣ ਜਿੰਦ ਮੇਰੀ, ਲੱਗ ਜੇ ਗੁਰਾਂ ਦੇ ਲੇਖੇ ਪਾਪਣ ਜਿੰਦ ਮੇਰੀ, ਗੁਰਾਂ ਦੇ ਲੇਖੇ ਪਾਪਣ ਜਿੰਦ ਮੇਰੀ, ਲੱਗ ਜੇ ਗੁਰਾਂ ਦੇ ਲੇਖੇ ਪਾਪਣ ਜਿੰਦ ਮੇਰੀ, ਲੱਗ ਜੇ ਗੁਰਾਂ ਦੇ ਲੇਖੇ ਪਾਪਣ ਜਿੰਦ ਮੇਰੀ, ਲੱਗ ਜੇ ਗੁਰਾਂ ਦੇ ਲੇਖੇ ਪਾਪਣ ਜਿੰਦ ਮੇਰੀ, ਗੁਰਾਂ ਦੇ ਲੇਖੇ ਪਾਪਣ ਜਿੰਦ ਮੇਰੀ, ਲੱਗੇ ਗੁਰਾਂ ਦੇ ਲੇਖੇ ਪਾਪਣ ਜਿੰਦ ਮੇਰੀ, ਜੀ ਲੱਗ ਜੇ ਗੁਰਾਂ ਦੇ ਲੇਖੇ ਪਾਪਣ ਜਿੰਦ ਮੇਰੀ, ਲੱਗ ਜੇ ਗੁਰਾਂ ਦੇ ਲੇਖੇ ਪਾਪਣ ਜਿੰਦ ਮੇਰੀ, ਲੱਗੇ ਗੁਰਾਂ ਦੇ ਲੇਖੇ ਪਾਪਣ ਜਿੰਦ ਮੇਰੀ, ਲੱਗੇ ਗੁਰਾਂ ਦੇ ਲੇਖੇ ਪਾਪਣ ਜਿੰਦ ਮੇਰੀ, ਜੇ ਗੁਰਾਂ ਦੇ ਲੇਖੇ ਪਾਪਣ ਜਿੰਦ ਮੇਰੀ, ਲੱਗ ਜੇ ਗੁਰਾਂ ਦੇ ਲੇਖੇ ਪਾਪਣ ਜਿੰਦ ਮੇਰੀ, ਲੱਗ ਜੇ ਗੁਰਾਂ ਦੇ ਲੇਖੇ ਪਾਪਣ ਜਿੰਦ ਮੇਰੀ, ਲੱਗੇ ਗੁਰਾਂ ਦੇ ਲੇਖੇ ਪਾਪਣ ਜਿੰਦ ਮੇਰੀ, ਲੱਗੇ ਗੁਰਾਂ ਦੇ ਲੇਖੇ ਪਾਪਣ ਜਿੰਦ ਮੇਰੀ। ਰਿਸ਼ਤ ਛੱਡਦਾ, ਛੱਡੋ, ਇੱਥੇ ਪਾਪ ਹੀ ਪਾਪ ਹੁੰਦੇ ਆ। ਦੁਨੀਆ 'ਚ ਰਹਿਣਾ ਛੱਡਤਾ, ਜੰਗਲ 'ਚ ਬਣਖੰਡ ਚਲੇ ਗਏ, ਲੰਗਰ ਪਾਣੀ ਪਰ ਸਾਰੇ ਪਦਾਰਥ ਛੱਡਤੇ, ਪੱਤੇ ਦੇ ਜੜਾ ਖਾ ਕੇ ਗੁਜ਼ਾਰਾ ਕਰਨ ਲੱਗੇ। ਗਿਰਹੋ ਤਜ ਬਣਖੰਡ ਜਾਈਏ, ਚੁਣ ਖਾਈਏ ਕੰਧਾ, ਉਹ ਅਜਹੂ ਵਿਕਾਰ ਨਾ ਛੋੜਈ, ਪਾਪੀ ਮਨ ਮੰਦਾ। ਕਰਤਾ ਛੱਡਤਾ, ਰੋਟੀ ਪਾਣੀ ਛੱਡਤਾ, ਲੀੜੇ ਕੱਪੜੇ ਪਾਉਣੇ ਛੱਡਤੇ, ਦੁਨੀਆ ਛੱਡਤੀ, ਜੰਗਲ ਵਿੱਚ ਵੀ ਆ ਗਏ, ਪਰ ਪਾਪ ਅਜੇ ਵੀ ਨਾਲ ਆਏ ਨੇ। ਆਖੋ ਸੀ, ਇਹ ਤਾਂ ਬਾਬਾ ਕੁੰਦਨ ਸਿੰਘ ਜੀ ਦੀ ਦਿਆਲਤਾ ਹੀ, ਗੁਨਾਹੀਆਂ ਤੇ ਪਾਪੀਆਂ ਤੇ ਨਜ਼ਰ ਪੈ ਗਈ। ਆਖੋ ਸੀ, ਵਾਹਿਗੁਰੂ ਇਹਨਾਂ ਦਾ ਭਲਾ ਕਿਵੇਂ ਹੋਏਗਾ? ਇਹ ਇੰਨੇ ਪਾਪ ਕਿਵੇਂ ਧੋ ਸਕਣਗੇ? ਮਹਾਰਾਜ ਨਜ਼ਰ ਕਰਤੀ, ਪੂਰੇ ਢੇਰ ਲੱਗੇ ਸੀ, ਠੱਗੀਆਂ ਮਾਰ ਮਾਰ ਕੇ, ਕਤਲੇਆਮ ਕਰ ਕਰਕੇ, ਲੁੱਟ ਲੁੱਟ ਕੇ ਸੱਜਣ ਠੱਗਦੇ। ਤੇ ਧੰਨ ਗੁਰੂ ਨਾਨਕ ਸਾਹਿਬ ਕਹਦੇ, ਸੱਜਣਾ ਹੁਣ ਪਿਛਲੇ ਪਾਪ ਧੋਲਾ ਸਾਰੇ, ਸੱਚਾ ਲੰਗਰ ਲਾ ਦੇ, ਸੱਚੀ ਪੂਜਾ ਸ਼ੁਰੂ ਕਰ ਦੇ। ਤੇ ਗੁਰੂ ਨਾਨਕ ਸਾਹਿਬ ਜੀ ਉਸ ਸੱਜਣ ਠੱਗ ਨੂੰ ਬੱਗਾ ਬੱਗੇ ਕੱਪੜੇ ਤੀਰਥ ਮੰਝ ਬਸਨ, ਕੁੱਟ ਕੁੱਟ ਜੀਆਂ ਖਾਮਨੇ ਬੱਗੇ ਨਾ ਕਹੀਣ, ਸਾਡੇ ਗੁਣ ਦੱਸਣਗੇ ਅਸੀਂ ਕੀ ਆ। ਆਖੋ ਸੀ, ਸਾਡੇ ਔਗਣ ਦੱਸਣਗੇ ਅਸੀਂ ਕੀ ਆ, ਸਾਡੇ ਕੱਪੜੇ ਨਹੀਂ ਦੱਸਣਗੇ, ਸਾਡੀ ਬੋਲ ਬਾਣੀ ਨਹੀਂ ਦੱਸ ਸਕੇਗੀ ਅਸੀਂ ਕੀ ਆ। ਉਹ ਸਾਨੂੰ ਪਤਾ ਹੈ ਅਸੀਂ ਕੀ ਆ। ਆਖੋ ਸੀ, ਅਸੀਂ ਕੀੜੇ ਕਿਰਮ ਸਤਿਗੁਰ ਸਰਨਾਈ, ਕਰਦੇ ਹਾਂ ਨਾਮ ਪ੍ਰਗਾਸ। ਸਾਨੂੰ ਗੁਰੂ ਤਾਰਨ ਵਾਸਤੇ ਲਿਆਇਆ ਆਪਣੀ ਸ਼ਰਨ ਸੰਗਤ ਵਿੱਚ। ਹਮ ਜੈਸੇ ਅਪਰਾਧੀ ਅਵਰ ਕੋਈ ਰਾਖੇ, ਨਹੀਂ ਰੱਖੇਗਾ ਇਹੋ ਜਿਹਾ ਨੂੰ, ਜੈਸੇ ਹਮ ਰਾਖ ਲਈਏ ਸਤਿਗੁਰ ਛਡਾਏ। ਸੱਜਣ ਠੱਗ ਨੂੰ ਕਿਹਾ, ਹੁਣ ਧੋਲਾ ਸਾਰੇ,
ਕੌਡੇ ਰਾਖਸ਼ ਨੂੰ ਕਿਹਾ ਜਿੰਨੇ ਮਾਰੇ ਹੀ ਨਾ ਉਹਨੇ ਹੁਣ ਨਾਮ ਜਪ ਜਪ ਕੇ ਤਾਰ ਇਹਨਾਂ ਨੂੰ ਬਾਣੀ ਪੜ੍ਹ ਜੁੜ ਨਿਸ਼ਾਨਾ ਦੇ ਗਏ। ਕੌਡਾ ਰਾਖਸ਼ ਪਾਪ ਕਰਨ ਵਾਲਾ ਭੂਮੀਆਂ ਚੋਰ ਚੋਰੀਆਂ ਕਰਨ ਵਾਲੇ ਨੂੰ ਸੱਚਾ ਜੀਵਨ ਦੇ ਕੇ ਕਹਿਣ ਲੱਗੀ ਕਰ ਸੇਵਾ ਹੁਣ ਸੱਚੇ ਲੰਗਰ ਲਾ। ਹੁਣ ਜਿਹੜੇ ਪਾਪਾਂ ਦੇ ਪਹਾੜ ਲੱਗੇ ਹੀ ਧੋੜਾ ਇਹਨਾਂ ਨੂੰ ਆਖੋ ਸੀ। ਇਹ ਸਾਧ ਮੁਖੋਂ ਕਰ ਸੰਤਨ ਕੀ ਧੂਰੇ। ਇਹ ਕਿਹੜਾ ਸਰੀਰ ਹੈ? ਸਾਡਾ ਸਰੀਰ ਕਿਹੜਾ ਹੈ? ਇਹਨੂੰ ਆਪਣੇ ਆਪ ਪਛਾਣੀਏ। ਇਹ ਆ ਜੀ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਰ ਖੰਡਾਏ। ਹੁਣ ਕੱਟ ਕੱਟ ਕੇ ਮਹਾਂਪੁਰਸ਼ ਕੱਢਣਗੇ। ਇਹ ਜਿਹੜਾ ਕਾਮ ਕਰੋ ਲੋਭ ਮੋਹ ਹੰਕਾਰ ਦਾ ਸਰੀਰ ਭਰਿਆ ਇਹਨਾਂ ਨੂੰ ਖੰਡ ਖੰਡ ਕਰਕੇ ਕਾਮ ਕ੍ਰੋਧ ਨਗਰ ਬਹੁ ਭਰਿਆ। ਇਹ ਸਾਧੂ ਜਿਹੜੇ ਮਿਲੇ ਆ ਨਾ ਇਹ ਰੱਬ ਮਿਲਿਆ ਹੈ ਆਖੋ ਸ੍ਰੀ ਵਾਹਿਗੁਰੂ। ਇਹ ਜਿਹੜੇ ਸਾਧੂ ਮਿਲੇ ਆ ਇਹ ਨਿਰੰਕਾਰ ਮਿਲਿਆ। ਸੰਤ ਮਿਲਿਆ ਤੋਂ ਰੱਬ ਮਿਲ ਜਾਵੇ। ਭਾਗਾਂ ਨਾਲ ਸੰਤ ਮਿਲਦੇ। ਸੰਤ ਮਿਲਿਆ ਤੋਂ ਰੱਬ ਮਿਲ ਜਾਵੇ। ਭਾਗਾਂ ਨਾਲ ਸੰਤ ਮਿਲਦੇ। ਸੰਤ ਮਿਲੇ ਆਖੋ ਰੱਬ ਮਿਲ ਜਾਵੇ। ਭਾਗਾਂ ਨਾਲ ਸੰਤ ਮਿਲਦੇ। ਸੰਤ ਮਿਲੇ ਆਖੋ ਰੱਬ ਮਿਲ ਜਾਵੇ। ਭਾਗਾਂ ਨਾਲ ਸੰਤ ਮਿਲਦੇ। ਇਹ ਪਾਪ ਨਹੀਂ। ਬੈਠੇ ਪਾਠ ਕਰਦੇ ਆ ਸੁਰਤਾਂ ਕਿੱਥੇ ਪਹੁੰਚਦੀਆਂ। ਸੱਚੇ ਦੇ ਦਰਗਾਹ ਵਿੱਚ ਬੈਠ ਕੇ ਵੀ ਇਹ ਜੁੜਨ ਨਹੀਂ ਦਿੰਦੀ। ਇਹ ਪਾਪ ਜੁੜਨ ਨਹੀਂ ਦਿੰਦੇ। ਇਹ ਪਾਪ ਸਤਾਉਂਦੇ ਆ। ਹੇ ਮੇਰੀ ਰੱਖਿਆ ਕਰੋ। ਘਰ ਵੀ ਛੱਡਦਾ ਆ ਵੀ ਗਏ ਪਰ ਪਾਪ ਨਹੀਂ ਛੱਡਦੇ। अजू बेकार न छोड़ी पापी मन मंदा जी मैं क्यों छूटू कैसे तरू भवजल निद भारी। राख राख मेरे बीठलाम जन शरण तुम्हारी। मैनू रख ला तुहाडी शरण। आपदे गुनाह पाप कोई कोई सानू रख ही नहीं सकता। इन्ने पापी ये जिंदड़ी गुनाह दे पापा वाली किथे मैं लुकावां जिंदड़ी। किथे किथे लुकावां जिंदड़ी। बहुतिया गुनाह वाली किथे मैं लुकावां जिंदड़ी। बहुतिया गुनाह वाली
में लगवा जिंदड़ी बहुत गुनाह वाली ओ किथे में लगवा जिंदड़ी बहुत गुनाह वाली हे मैं लगवा जिंदड़ी बहुतिया गुनाह वाली किथे मैं लगवा जिंदड़ी बहुतिया गुनाह वाली बहुत गुनाह वाली बहुत गुनाह वाली बहुतिया गुनाह वाली बहुतिया गुनाह वाली ओ बहुत गुनाह वाली बहुत गुनाह वाली बहुतिया गुनाह वाली बहुतिया गुनाह वाली किथे में लगवा जिंदड़ी बहुत गुनाह वाली किथे में लगवा जिंदड़ी बहुत गुनाह वाली किथे मैं लगवा जिंदड़ी बहुतिया गुनाह वाली किथे मैं लगवा जिंदड़ी बहुतिया शोभा सुन के आया तू बख्शिंद मैं पापी मैं दीन तू दीन दयाल मैं गरीब तू गरीब नवाज गुनाहगार आ तू गुनाहां नूं बख्शना एक महापुरुषां दी फकीरां दी सूफी फकीरां दी कविता है रब्बा मेरे औगण चेतना ताई ਸਾਰੇ ਪਾਸੇ ਗੁਨਾਹ ਤੇ ਔਗਣਾ ਦੇ ਭਰੇ ਹੋਏ ਸਰੀਰ ਨੇ ਰੱਬਾ ਮੇਰੇ ਔਗਣ ਚੇਤਨਾ रब्बा मेरे औगण चेतना तरी रब्बा मेरे औगण चेतना मेरी औगण जितना करे सुनो मेरी औगण जितना करे
कहते जिन्हें मेरे शरीर ते लू है ना ये सारे औगणा दे परे होए। ये सारे जेडे लू ने ऐब भरे होए। अखीर ते उन्हां महापुरखा ने किया है कहे हुसैन फकीर नुमान जे तू अदल करेगा तो मेरे लिए सजावां ने, जे फजल करेगा तो मैं छुट सकता। कहे हुसैन फकीर नुमाना अदलों फजल करी, अदल ना करी फजल करी। अदल करेगा तो मैं बहुत सजावा मैं भोग नहीं सकता, मैं इन्हें नरक भोग नहीं सकता। जिन्हें मेरे ऐब ने उन्हें मैं नरक नहीं भोग सकता जे तू अदल किया। अदालत अदलत ही बनिया। फजल रहम करी, मेरे ते मेहर करी। बाबा जी का बख्शिंद दर वड्डा दर, सारे प्यार नाल पढ़ो। गुरसिखां की हर धूड़ दे, हर गुरमुख दा स्थान तूड़ी विच होवे। ये बाबा जी दे घर दी सेवा है। पता नहीं कित्थों कित्थों बख्शियां रूहां आ रही ने लंघ रही ने। बाबा जी सानू दस दिओ तुसी ये की करते रहे 2 दिन, इहदा कारण की? कहंदे जिन्ने ब्रह्मंड दे विच इस तरह दीयां धरतियां ना पैदाइश वालियां बेअंत ने। तुरों पतालो लई कढ़ाई, कहते सी पीर दे बेटे नूं आ तैनूं दिखाईए। जेड़ी धरती ते लै के गए तो उत्थे कड़ा प्रसाद वरत रहा है, संगत हो रही है, नाम जपिया जा रहा। तुरों पतालों प्रसाद लैके कच कौल लकड़ी का कोला भर के लियाए गुरु नानक साहब कि इन्नियां धरतियां 7 नहीं 14 तबक नहीं। बाबा जी कह लगे सारिया धरतियां दे महापुरुष अज साडे इथों दर्शन दे के जा रहे सी। कई साडे तो छोटे, कोई बराबर दे, कोई वड्डे। फिर जिहो जिहा वो रूहां सी साडा उवें सत्कार करना फर्ज बनदा सी। पर जी आया सी सारियां नूं कहंदे रहे, हर हर कह के जी आया कहंदे सी। जेड़े भी आए जी आया कहते रहे, उन्होंने हर हर कहते रहे। वो अज सारे जिन्ने ब्रह्मंड विच धरतियां है उतों दे जेड़े महापुरुष अवतार अपनी धरती दे कोई अवतार होया आखो सी, उन्होंने जिन्ने मर्जी गिण जिन्नी मर्जी गिनती कर लो। इस धरती दे की अवतार है, उसे दी ड्यूटी है सारी पूरी। चाहे वह विष्णु बन के वासुदेव आ जान, चाहे वह राम बन के आ जान, चाहे कृष्ण बन के आ जान, चाहे गुरु नानक बन के आ जान, चाहे मोहम्मद बन जान, चाहे कुछ भी बन जान, पर अवतार की अल्लाह नूर पाया कुदरत देसा। एक नूर ते सब जग उपजया, कौन भले को मंदे। यही गुरु नानक साहब मुसलमानों लई अल्लाह दा नूर है, हिंदुआं लई भगवान है, सब लई गुरु नानक साहब रब है। कोई बोले राम राम, कोई खुदाए, कोई सेवे गोसैया, इको ही अवतार। आद अंत के अवतार, सोई गुरु समझियो हमारा। धन गुरु साहब कहते आद तो लैके अंत तक इको ही अवतार है। वो किस रूप च किन्नी शक्ति लैके आउंदे आ, ये उन्हां दी रजाए। पर आद अंत एक ही अवतार। कलगीधर पातशाह कहते वो मेरा गुरु है। आखो श्री वाहिगुरू। नमस्कार तिसी को हमारी सगल प्रजा,
जिन्हें सारी प्रजा नूं सवारिया। सेवक नूं शिव गुण बख्शो, चंगे गुण रब वाले गुण बख्शो। सेवकन को सब गुण सब बख्श पढ़ियो। शतन को परमो बद कियो, आपदे सेवक नूं शिव वाले गुण बख्शो, शुभ गुण बख्शो, रब वाले गुण बख्शो। बाबा जी दे चरनां दे विच जो भी गुरमुख प्यारे माई भाई पाठी सिंघां ने जप तप कीते हैं, जिन्ना जिन्ना भी सेवा कीतियां ने, ये है हुण किहड़े अवतार ने कलयुग दे? गुरु नानक। बाबा महानाम सिंह जी कौन ने? गुरु नानक। आखो सी ये कौतक उन्होंने नहीं कीते, ये सारे कौतक ने उन्होंने सारियां दे विच वरत के वस के वो अपनी सेवा लै रहे हैं। सेवकन को शिव गुण सुख दियो। सारे वो आप कृपा कर रहे हैं। एडे वड्डे महापुरुष रब दा रूप। कबीर साहब कहते हुण मैं कबीर नहीं होगा, हुण मैं राम हो गया। आखो जी सारे महापुरुष जेड़े पहुंच गए टिकाणियां ते कमाइयां कर करके उसका रूप हो गए। गुरु नानक पातशाह का रूप धन बाबा महानाम सिंह जी ते सारे आपां उन्हां दी शरण संगत विच अपना अपना विशा अपना अपना मनोरथ लेके आए हैं। दास दा मनोरथ, दास दा विशा, ये पापां ते गुनाहां दी भरी हुई जिंदगी बाबा जी ने सानू आपदे तारन लई भी तरजो। सेवा कर करके पाप तोड़ो, गुनाह बख्शालो। सेवा कर करके झोलियां पा। किथे में लकोवा जिंदड़ी बहुतियां गुनाह वाली। किथे में लकोवा जिंदड़ी बहुतियां गुनाह वाली। बहुतियां गुनाह वाली, बहुतियां गुनाह वाली। बहुतियां गुनाह वाली, बहुतियां गुनाह वाली। जी बहुतियां गुनाह वाली, बहुतियां गुनाह वाली। बहुतियां गुनाह वाली, बहुतियां गुनाह वाली। जी किथे में लकोवा जिंदड़ी बहुतियां गुनाह वाली। जी किथे में लकोवा जिंदड़ी बहुतियां गुनाह वाली। किथे में लकोवा जिंदड़ी
ਮਹਾਂਪੁਰਸ਼ ਆਏ ਸੀ, ਉਹ ਚਿੱਠੀ ਦੇ ਦਰਸ਼ਨ ਕਰ ਰਹੇ ਸੀ। ਥੱਲੇ ਬਾਬਾ ਜੀ ਨੇ ਲਿਖਿਆ ਦਾਸਨ ਦਾਸ ਆਨੰਦ ਸਿੰਘ ਅੜੇ ਨਾਲ। ਬਾਬਾ ਜੀ ਪੁੱਛੋ ਵਾਲਿਆਂ ਨੂੰ ਲਿਖੀਏ। ਉਹਦੇ ਵਿੱਚ ਬਹੁਤ ਪੰਕਤੀਆਂ ਹੀ ਜ਼ਿਆਦਾ ਲਿਖੀਆਂ, ਕਈ ਭਾਈ ਨੰਦ ਲਾਲ ਦੀਆਂ ਗਜ਼ਲਾਂ। ਉਹਦੇ 'ਚ ਬਾਬਾ ਜੀ ਨੇ ਆ ਕਵਿਤ ਵੀ ਲਿਖਿਆ, ਪੜੇ ਰੂਪਹੀਨ ਕੁਲਹੀਨ ਗੁਣਹੀਨ ਗਿਆਨਹੀਨ ਸੋਭਾਹੀਨ ਭਾਗਹੀਨ ਤਪਹੀਨ ਬਾਵਰੀ। ਮੈਂ ਰੂਪ ਤੋਂ ਵੀ ਹੀਨ ਹੀ ਪੜਿਓ। रूपहीन कुलहीन गुणहीन ज्ञानहीन शोभाहीन भागहीन तपहीन बावरी। ਬਾਬਾ ਆਨੰਦ ਸਿੰਘ ਜੀ ਮਹਾਰਾਜ ਨੂੰ ਕਹਿਣ ਲੱਗੇ ਬੰਦਗੀ ਤਾਂ ਬੜੀ ਹੈ, ਪਰ ਬਾਬਾ ਜੀ ਦਾ ਰੰਗ ਕਾਲਾ। ਕੋਈ ਗੁਰਮੁਖ ਕਹਿਣ ਲੱਗਾ ਇਹ ਉਹੋ ਹੀ ਏ, ਤਖਾਣਾ ਦਾ ਮੁੰਡਾ ਹੈ ਸ਼ੇਰਪੁਰ ਦਾ। ਇੱਕ ਬਹੁਤ ਵਿਦਵਾਨ ਸੀ, ਉਹ ਦੋਦਰ ਪਿੰਡ 'ਚ ਬੈਠਾ ਅੱਗ ਸੇਕ ਰਿਹਾ ਸੀ। ਕਹਿੰਦੇ ਮਿਸਤਰੀਆਂ ਦਾ ਮੁੰਡਾ ਹੈ, ਤਖਾਣਾ ਦਾ, ਰੱਬ ਬਣਾਇਆ ਹੋਇਆ ਹੈ। ਕਹਿੰਦੇ ਮੈਂ ਕਥਾ ਕਰਦਾ ਉੱਥੇ ਜਾ ਕੇ, ਉਹਨਾਂ ਕੋਲ ਉਹ ਤਾਂ ਗੱਲ ਹੀ ਨਹੀਂ ਕਰਨੀ ਜਾਣਦੇ। ਬਾਬਾ ਜੀ ਫਿਰ ਇੱਥੇ ਲਿਖ ਰਹੇ ਨੇ ਕਿ ਮੈਂ ਰੂਪ ਤੋਂ ਵੀ ਹੀਨਾ, ਮੇਰਾ ਸੋਹਣਾ ਰੂਪ ਨਹੀਂ। ਮੈਂ ਕੁੱਲ ਤੋਂ ਵੀ ਹੀਨਾ, ਮੇਰੀ ਤਖਾਣਾ ਦੀ ਕੁੱਲ। ਗੁਣ ਤੋਂ ਵੀ ਹੀਨਾ, ਮੈਂ ਕੋਈ ਪੜ੍ਹਿਆ ਲਿਖਿਆ ਵਿਦਵਾਨ ਨਹੀਂ। ਗਿਆਨ ਤੋਂ ਵੀ ਹੀਨਾ, ਸੋਭਾਹੀਨ ਭਾਗਹੀਨ ਤਪਹੀਨ ਬਾਵਰੀ। ਮੇਰਾ ਤਪ ਵੀ ਕੋਈ ਨਹੀਂ, ਭਾਗ ਵੀ ਕੋਈ ਨਹੀਂ, ਸੋਭਾ ਵੀ ਕੋਈ ਨਹੀਂ। ਅੱਗੇ दृष्ट दर्शहीन शब्द सुरतिहीन बुद्ध बलहीन सुध हस्त न पावरी। ना मेरे कोई दृष्टि है, ना मैं गुरु दे दर्शा तो हीना, शब्द सुरत तो हीना, बुद्ध बाल तो हीना। नाम दे असी ज्ञानी ध्यानी है। बुद्ध बालहीन सुधे हस्त ना पावरी। अगे प्रीतहीन रीतहीन भय पै प्रतीतहीन चितहीन वितहीन सहज सुभावरी। प्रीत नहीं हैगी, रीत नहीं, मर्यादा नहीं, प्रेम नहीं, श्रद्धा भावना नहीं, कोई चित नहीं एकागर। चित तो भी हीना, बित हीन, बिरती नहीं लगती, सह सुभावरी। बस जिमें लगा फिरना बस। अंग 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 अंगहीन दीनाधीन प्राचीन लग चरण शरण कैसे प्राप्त हुए रावरी। मैं अंग अंगहीन, अंग अंग तो हीना। ਕਹਿੰਦੇ ਬਗਿਆੜ ਨੇ ਆਣ ਕੇ ਸੁੰਘਿਆ ਪੈਰਾਂ ਨੂੰ, ਸੁੰਘਿਆ ਹੱਥਾਂ ਨੂੰ, ਸੁੰਘਿਆ ਸਰੀਰ ਨੂੰ, ਸਾਰੇ ਪਾਸਿਓਂ ਸੰਗ ਸੋ ਕੇ ਵਾਪਸ ਹੋ ਗਿਆ। ਇਹ ਤਾਂ ਐਡਾ ਪਾਪੀ ਏ, ਮੈਂ ਹੁਣ ਇਹਨੂੰ ਕਿਹੜੇ ਪਾਸਿਓਂ ਖਾਵਾਂ? ਇਹਨੇ ਕੋਈ ਪੈਰ ਨਹੀਂ ਚੱਲੇ, ਕੋਈ ਹੱਥ ਨਹੀਂ ਸੇਵਾ 'ਚ, ਇਹਦੇ ਕੋਈ ਅੱਖਾਂ ਨਹੀਂ, ਕੋਈ ਸਰੀਰ ਦੇ ਵਿੱਚ। ਇਹ ਤਾਂ ਪਾਪ ਹੀ ਪਾਪ ਨੇ। ਕਹਿੰਦੇ ਪਸ਼ੂ ਵੀ ਖਾ, ਮਾਸਾਹਾਰੀ ਜੀਵ ਵੀ ਪਿੱਛੇ ਹਟ ਗਿਆ कि मैं अंग अंगहीन दीना तीन पर जीना लग चरण शरण कैसे प्राप्त होए रावरी। मैं किवें उन्होंने प्राप्त होवां, मैं सारिया गुणा तो ही नहीं, केड़ी विधो मिला बाबा जी। सारिया केड़ी विध मिला बाबा जी, मैं सारिया गुना तो ही केड़ी विध मिला बाबा जी। सारिया गुना तो ही केड़ी विध मिला बाबा जी। मैं सारिया गुना तो ही केड़ी
ਕਿ ਮੇਰੇ ਜ਼ਿੰਦਗੀ ਜੀਵਨ ਦੀ ਆ ਜਿਹੜੀ ਖਿੱਤੋਂ ਲੱਗੀ ਫਿਰਦੀ ਹੈ ਨਾ, ਇਹ ਲੀਰਾਂ ਦੀ, ਇਹਦੇ ਚੋਂ ਕੋਈ ਨਿਕਲਣਾ ਨਹੀਂ। ਲੀਰਾਂ ਲਾਈ ਜਾਓ ਲਾਈ ਜਾਓ, ਇਹ ਲੀਰਾਂ ਦੀ ਬਣੀ ਹੋਈ। ਜੇ ਮੈਂ ਇਹਨੂੰ ਧੋਵਾਂ, ਮਿੱਟੀ ਦਾ ਕੀ ਧੋਵਾਂਗੇ? ਮਿੱਟੀ ਤਾਂ ਖੁਰਦੀ ਜਾਏਗੀ। ਮਾਟੀ ਕਾ ਕਿਆ ਧੋਪੇ स्वामी, ਇਹ ਤਾਂ ਤੇਰੀ ਮਿਹਰ तेरी नजर है। जे तू कृपा करे, जे तू मेहर करे, तेरी नजर नाली बस मेरे सिर ते मेहर भरिया हथ रख के गुर सिखा की हर धूड़ दे, हम पापी पी गत पाए। पढ़ के समाप्ति पाठ का समय जिन्ना इशनान पानी कीता है वाह वाह, नहीं तो इशनान कर आयो, सरोवर च कर लियो, बाथरूम जिथे भी जगह मिले कर लियो, सुखमनी में आ जाओ। जपजी साहब शब्द यारे दे पाठ होणगे। हुण हुक्मनामा सरवण करना सारियां ने, बाबा जी दे चरनां 'च बह के पाठ की हाज़री लाउणी सारी संगत ने, ते बाबा जी दियां आए हुए महापुरुष गुणी ज्ञानी प्रचारक रागी ढाडी मां संपट वाले पाठी सारियां दी सारी साध संगत दी बाबा जी धूड़ बख्शण। गुर सिखा की हर धूड़ दे, हम पापी गुर सिखा की हर धूड़ दे, हम पापी पी गत पाहे। सिखा की हर धूड़ दे, हम पापी पी गत पाहे। सिखा की हर धूड़ दे, हम पापी पी गत पाहे। सिखा की हर धूड़ दे, हम पापी पी गत पाहे। पापी पी गत पाहे, पापी पी गत पाहे। पापी पी गत पाहे, पापी पी गत पाहे। हम पापी पी गत पाहे, पापी पी गत पाहे। पापी पी गत पाहे, हम पापी पी गत पाहे। गुर सिखा की हर धूड़ दे, हम पापी पी गत पाहे। गुर सिखा की हर धूड़ दे, हम पापी पी गत पाहे। सिखा की हर धूड़ दे, हम पापी पी गत पाहे। गुर सिखा की हर धूड़ दे, हम पापी पी गत पाहे। पापी गत पाहे, पापी पी गत पाहे। पापी पी गत पाहे, हम पापी पी गत पाहे। पापी पी गत पाहे, पापी पी गत पाहे। पापी पी गत पाहे, हम पापी पी गत पाहे। गुर सिखा की हर धूड़ दे, हम पापी पी गत पाहे। गुर सिखा की हर धूड़ दे, हम पापी पी गत पाहे। की हर धूड़ दे, हम पापी पी गत पाहे। गुर सिखा की हर धूड़ दे, हम पापी पी गत पाहे। हर जस गायो